Alan, good morning guys. So as you can see, this is a new channel that's a global learning. So मैं सारे ਨੂੰ request ਕਰੂੰਗਾ that please subscribe and video ਦੇ end ਹੁੰਦੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ please like and share it with your friends, and if you find any of the problem do mention it into the comment section. So ਅੱਜ ਦਾ ਆਪਣਾ topic ਹੈਗਾ ਪਹਿਲਾ topic that's about the IELTS speaking, and the topic is that how to do the speaking practice at home. ਘਰੇ ਬੈਠੇ speaking ਦੀ practice ਕਿਵੇਂ ਕਰੀਏ। ਹੁਣ ਤੁਹਾਨੂੰ ਪਤਾ ਹੈ ਕਿ ਆਪਣੇ ਇੱਥੇ ਲੋਕਡਾਊਨ ਲੱਗਾ ਹੋਇਆ, ਆਪਾਂ ਘਰੋਂ ਬਾਹਰ ਨਿਕਲ ਨਹੀਂ ਸਕਦੇ ਐਂਡ ਆਪਾਂ ਨਾ ਹੀ ਕਿਸੇ ਦੇ ਘਰੇ ਜਾ ਸਕਦੇ ਹੈਗੇ ਆ। ਸੋ most of the students face a single problem that how to do the practice of the speaking without any partner. बिना partner तो speaking की practice आप किमें करिए। That's why I'm here, and that's why I'm going to give you a small trick which you can use to do the speaking practice without any of the partner, without any need of the partner. So for that thing we are going to use the simplest method that we call as a AI method. ਹੁਣ ਇੱਥੇ AI ਦਾ ਮਤਲਬ artificial intelligence ਨਹੀਂ ਹੈਗਾ। What is the meaning of the AI? Basically A stands for assimilate and I for the imagine. Now assimilate ਦਾ ਮਤਲਬ ਕੀ ਹੁੰਦਾ ਹੈਗਾ ਕਿਸੇ ਚੀਜ਼ ਨੂੰ ਗ੍ਰੈਬ ਕਰਨਾ, ਕਿਸੇ ਚੀਜ਼ ਨੂੰ ਲਰਨ ਕਰਨਾ, ਕਿਸੇ ਨੂੰ ਅੰਡਰਸਟੈਂਡ ਕਰਨਾ। ਹੁਣ ਤੁਹਾਨੂੰ ਪਤਾ ਹੈ ਕਿ ਆਪਾਂ ਕੋਈ ਵੀ ਲੈਂਗੁਏਜ ਬੋਲਣੀ ਹੋਵੇ, ਭਾਵੇਂ ਆਪਾਂ ਹਿੰਦੀ ਲੈ ਲਈਏ, ਪੰਜਾਬੀ ਲੈ ਲਈਏ, ਔਰ ਈਵਨ ਇਫ ਯੂ ਟਾਕਿੰਗ ਅਬਾਊਟ ਦ ਇੰਗਲਿਸ਼ ਵੀ ਨੀਡ ਦ ਬੇਸਿਕ ਥਿੰਗ ਦੈਟ ਇਜ਼ ਦ ਫੰਡਾਮੈਂਟਲਸ ਆਫ ਦ ਲੈਂਗੁਏਜ। ਅਗਰ ਆਪਾਂ ਨੂੰ ਫੰਡਾਮੈਂਟਲ ਹੀ ਨਹੀਂ ਪਤਾ ਹੈ ਕਿ ਲੈਂਗੁਏਜ ਤੇ ਤਾਂ ਆਪਾਂ ਅਗਲੇ ਤੱਕ ਆਪਣੀ ਗੱਲ ਨਹੀਂ ਕਰ ਸਕਦੇ। ਐਂਡ ਫॉर ਦੋਸ ਫੰਡਾਮੈਂਟਲ ਵੀ ਰਿਕੁਆਇਰ ਦ ਪ੍ਰੋਪਰ ਵੋਕੈਬਲਰੀ, ਮੀਨਸ ਦ ਮੀਨਿੰਗ ਆਫ ਦ ਵਰਡਸ ਇਨ ਦ ਸਪੈਸਿਫਿਕ ਲੈਂਗੁਏਜ ਵਿਚ ਯੂ ਆਰ ਐਕਚੁਅਲੀ ਟ੍ਰਾਈਂਗ ਟੂ ਕਮਿਊਨੀਕੇਟ ਵਿਦ ਦ ਅਦਰ ਪਰਸਨ। ਅਗਲੇ ਤੱਕ ਆਪਾਂ ਜਿਹੜੀ ਗੱਲ ਲੈ ਕੇ ਜਾਣੀ ਹੈ, ਜਿਹੜਾ ਵਰਡ ਕਹਿਣਾ ਹੈਗਾ ਉਹ ਵਰਡ ਆਪਾਂ ਨੂੰ ਪਤਾ ਹੋਵੇ ਕਿਹੜੀ ਲੈਂਗੁਏਜ 'ਚ ਹੈਗਾ। ਐਂਡ ਦ ਨੈਕਸਟ ਥਿੰਗ ਇਜ਼ ਦ ਪ੍ਰੋਪਰ ਗ੍ਰਾਮਰ, meaning to how to arrange those words in a proper sentence so that other person is able to understand it without any kind of disturbance. So ਇਹਨਾਂ ਦੇ ਲਈ ਆਪਾਂ ਪਹਿਲਾ ਮੈਥਡ ਯੂਜ਼ ਕਰਾਂਗੇ assimilate. assimilation ਹੁੰਦੀ ਹੈ ਲਰਨਿੰਗ, ਕਿਸੇ ਚੀਜ਼ ਨੂੰ ਲਰਨ ਕਰਨਾ। ਹੁਣ ਇੱਥੇ ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਕਿ ਹਾਂਜੀ ਬਈ ਕੁਝ ਯਾਦ ਕਰਨਾ ਹੈਗਾ ਤਾਂ ਆਪਣੀ ਬੁੱਕਸ ਖੋਲ ਕੇ ਬਹਿ ਜਾਓ IELTS ਵਾਲੀਆਂ ਜਾਂ ਕੁਝ ਹੋਰ ਕਰੋ। ਨੋ, ਵੇਖੋ ਇਹ ਮੈਥਡ ਸ਼ੁਰੂ ਕਰਨ ਤੋਂ ਪਹਿਲਾਂ ਯੂ ਹੈਵ ਟੂ ਮੇਕ ਯਰ ਓਨ ਇੰਟਰਸਟ ਇਨਟੂ ਦ ਸਪੀਕਿੰਗ। ਤੁਹਾਨੂੰ ਹੁਣ ਲੈਂਗੁਏਜ ਦੇ ਆਪਣਾ ਇੰਟਰਸਟ ਪਾਉਣਾ ਪਊਗਾ, ਬਿਕੋਜ਼ whenever you feel bored, whenever we're not interested in anything, what do? We just simply quit. ਅਗਰ ਆਪਾਂ ਨੂੰ ਕਿਸੇ ਚੀਜ਼ ਨੂੰ ਕਰਨ ਤੋਂ ਕੋਈ ਮਜ਼ਾ ਨਹੀਂ ਆਉਂਦਾ ਇਹ ਆਪਣੇ ਇੰਟਰਸਟ ਨਹੀਂ ਬਣਦਾ ਨਾ, ਤਾਂ ਆਪਾਂ ਨਾਲ ਦੇ ਨਾਲ ਹੀ ਕੁਇਟ ਕਰ ਦਿੰਦੇ, ਆਪਾਂ ਉਹਨੂੰ ਕੰਟੀਨਿਊ ਨਹੀਂ ਰੱਖਦੇ। ਸੋ ਦੈਟ ਇਜ਼ ਵਾਈ ਆਈ ਵਾਂਟ ਯੂ ਟੂ ਅੰਡਰਸਟੈਂਡ ਦੈਟ ਲੈਂਗੁਏਜ ਇਜ਼ ਨਥਿੰਗ ਟੂ ਜਸਟ ਲਾਈਕ ਅ ਸਬਜੈਕਟ। ਇਹਦੇ ਕੁਛ ਆਪਾਂ ਯਾਦ ਨਹੀਂ ਕਰਨਾ, ਇਹਨੂੰ ਆਪਾਂ ਇੰਜੋਏ ਕਰਕੇ ਕਰਨਾ ਹੈਗਾ। ਸੋ assimilation ਮੀਨ ਲਰਨਿੰਗ। ਹੁਣ ਇਹਦੇ ਤੁਸੀਂ ਕੀ ਕਰ ਸਕਦੇ ਹੈਗੇ ਹੋ? ਵੈਲ ਐਜ਼ ਵੀ ਆਰ ਸਿਟਿੰਗ ਐਟ ਹੋਮ, ਲਰਨਿੰਗ ਦੇ ਲਈ ਹੁਣ ਆਪਾਂ ਸਿਰਫ ਇਨਪੁਟ ਲੈ ਕੇ ਆਉਣੀ, ਆਪਾਂ ਸਿਰਫ ਕੁਛ ਨਾ ਕੁਛ ਯਾਦ ਕਰਨਾ, ਆਪਾਂ ਕੁਛ ਬੋਲਣਾ ਨਹੀਂ ਹੈਗਾ। ਐਂਡ ਯਾਦ ਕਰਨ ਦੇ ਲਈ ਸਭ ਤੋਂ ਵਧੀਆ ਸੋਰਸ ਹੁੰਦੇ ਨੇ ਦੈਟ ਇਜ਼ ਟੂ ਵਾਚ ਦ ਮੂਵੀਜ਼, सीरियल्स और टू रीड द बुक्स। ਹੁਣ ਅਗਰ ਤੁਸੀਂ ਸੀਰੀਅਲ ਜਾਂ ਮੂਵੀਜ਼ ਵੇਖੋਗੇ ਇੰਗਲਿਸ਼ ਦੇ ਵਿੱਚ, ਤੁਹਾਨੂੰ ਇਹਦੇ ਨਾਲ ਦੋ ਫਾਇਦੇ ਹੋਣਗੇ। ਫਸਟ ਥਿੰਗ ਯੂ ਵਿਲ ਇਨਕਰੀਜ਼ ਯੂਰ ਲਿਸਨਿੰਗ ਪਾਵਰ, ਤੁਹਾਡੀ ਇਹਦੇ ਨਾਲ ਲਿਸਨਿੰਗ ਪਾਵਰ ਇਨਕਰੀਜ਼ ਹੁੰਦੀ ਹੈਗੀ ਹੈ। ਹਾਊ? ਸੀਰੀਅਲ ਔਰ ਮੂਵੀਜ਼ ਮੋਸਟ ਆਫ them ਆਰ ਇਨ ਇੰਗਲਿਸ਼ ਲੈਂਗੁਏਜ। ਸੋ ਅਗਰ ਤੁਸੀਂ ਇਹਨਾਂ ਨੂੰ ਵੇਖੋਗੇ ਤਾਂ ਇੱਕ ਤਾਂ ਤੁਹਾਡਾ ਲਿਸਨਿੰਗ ਪਾਵਰ ਇਨਕਰੀਜ਼ ਹੁੰਦੀ ਹੈ, ਤੁਹਾਨੂੰ ਪਤਾ ਲੱਗਦਾ ਕਿ ਅਗਲਾ ਪਰਸਨ ਕਿਹੜੇ ਵਰਡਸ ਯੂਜ਼ ਕਰਦਾ ਹੈਗਾ ਵਿਚ ਹੀ ਕੋਲ ਹੈ ਸਲੈਂਗਸ, ਕਿਹੜੇ ਸਲੈਂਗਸ ਯੂਜ਼ ਕਰ ਰਿਹਾ, ਕਿਹੜੇ ਕੰਟੈਕਸਟ ਵਿੱਚ ਯੂਜ਼ ਕਰ ਰਿਹਾ ਤੇ ਕਿੰਨੀ ਸਪੀਡ ਦੇ ਨਾਲ ਉਹ ਯੂਜ਼ ਕਰ ਰਿਹਾ ਹੈਗਾ। ਐਂਡ ਨੈਕਸਟ ਥਿੰਗ you will be able to understand how to respond. ਤੁਹਾਨੂੰ ਅਗਲੇ ਨੂੰ ਰਿਸਪੌਂਡ ਦੇਣਾ, ਮਤਲਬ ਕਿ ਅਗਲੇ ਨੂੰ ਨਾਲ ਦੇ ਨਾਲ ਹੀ ਆਨਸਰ ਦੇਣਾ ਪਤਾ ਲੱਗ ਜਾਊਗਾ, ਤੁਸੀਂ ਘਬਰਾਓਗੇ ਨਹੀਂ। most of the students face a single problem when they are in front of the interviewer. They do not feel like they are comfortable. ਉਹ ਕੰਫਰਟੇਬਲ ਹੀ ਨਹੀਂ ਹੋ ਪਾਉਂਦੇ ਹੈਗੇ ਕਿਉਂਕਿ ਉਹ ਪਹਿਲੀ ਵਾਰੀ ਇੱਕ ਨੇਟਿਵ ਪਰਸਨ ਸਾਹਮਣੇ ਜਾਂਦੇ ਨੇ, ਉੱਥੇ ਹੈਗੇ ਉਹ ਘਬਰਾ ਜਾਂਦੇ ਨੇ। ਸੋ ਉਹੀ ਘਬਰਾਹਟ ਨੂੰ ਘਟਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕੰਫਰਟੇਬਲ ਕਰਨਾ ਇਨ ਦ ਸਿਚੁਏਸ਼ਨ ਵੇਅਰ ਆਲ ਆਫ ਦ ਪਰਸਨ ਸਪੀਕ ਇਨ ਦੈਟ ਲੈਂਗੁਏਜ, ਦੈਟ ਇਜ਼ ਦ ਇੰਗਲਿਸ਼। ਸੋ ਇਹਦੇ ਲਈ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਕਿ ਮੂਵੀਜ਼ ਵੇਖੋ, ਸੀਰੀਅਲ ਵੇਖੋ, ਇਹਦੇ ਨਾਲ ਤੁਹਾਨੂੰ ਇੱਕ ਤਾਂ ਰਿਸਪੌਂਸ ਦੇਣਾ ਆ ਜਾਊਗਾ ਤੇ ਇੱਕ ਆਪਣੀ ਲਿਸਨਿੰਗ ਪਾਵਰ ਇਨਕਰੀਜ਼ ਹੁੰਦੀ ਹੈ। ਤੇ ਜਦੋਂ ਵੀ ਹੁਣ ਤੁਸੀਂ ਮੂਵੀਜ਼ ਵਗੈਰਾ ਵੇਖਣੀਆਂ ਹੁੰਦੀਆਂ ਨੇ, ਡੂ ਨਾਟ ਫੋਰਗੇਟ ਥੀਸ ਟੂ ਥਿੰਗਸ। ਆਲਵੇਜ਼ ਟਰਨ ਔਨ ਦ subtitles. Always subtitle on ਕਰਨ ਦੇ ਨਾਲ ਤੁਹਾਨੂੰ ਇੱਕ ਤਾਂ ਅੰਡਰਸਟੈਂਡ ਪਤਾ ਲੱਗਦੀ ਹੈ, ਨਾਲ ਤੁਹਾਨੂੰ ਨਿਊ ਵਰਡਸ ਪਤਾ ਲੱਗਦੇ ਨੇ। ਐਂਡ whenever you see a new word which you do not know the meaning of, write it down. Write down those words which are new for you.
ਇਹਨਾਂ ਤੁਹਾਡੀ ਇੱਕ ਤਾਂ ਵੋਕੈਬਲਰੀ ਇੰਕਰੀਜ਼ ਹੁੰਦੀ ਹੈ, ਤੁਹਾਨੂੰ ਉਹਨਾਂ ਸਪੈਲਿੰਗ ਪਤਾ ਲੱਗ ਜਾਏ ਤੇ ਉਹੀ ਵਰਡ ਤੁਸੀਂ ਆਪਣੀ ਰਾਈਟਿੰਗ ਦੇ ਵਿੱਚ ਯੂਜ਼ ਕਰ ਸਕਦੇ ਹੋ। ਸੋ ਯਾ ਸੈਕਿੰਡ ਥਿੰਗ, notice the pauses. Second thing to note down is to notice down the pauses which are taken by the native person when they actually speak in the English. Pauses ਦਾ ਮਤਲਬ ਕੀ ਹੈਗਾ, ਇੱਥੇ ਆਪਾਂ ਨੈਚੁਰਲ ਫਿਲਰਸ ਦੀ ਗੱਲ ਕਰ ਰਹੇ, that is well ਜਾਂ ਇਹ ਚੀਜ਼ਾਂ ਦੀ ਆਪਾਂ ਗੱਲ ਕਰ ਰਹੇ ਹੈਗੇ। ਹੁਣ 80% ਸਟੂਡੈਂਟ ਕੀ ਕਰਦੇ ਨੇ, whenever they do not know the proper context, ਜਦੋਂ ਉਹਨਾਂ ਕੋਈ ਕੁਝ ਯਾਦ ਨਹੀਂ ਆਉਂਦਾ ਨਾ, ਜਾਂ ਤਾਂ ਬਹੁਤ ਲੰਬੇ ਪੌਜ਼ ਲੈਂਦੇ ਨੇ, they just be like well या फिर अपने रिपीट करने लग जाते हैं। सो अवॉइड दोज सिचुएशंस एंड ट्राई टू नोट डाउन कि एक नेचुरल पर्सन, एक नेटिव पर्सन एक्चुअली जो किन्ने को पॉजेस लेंदा किवें लेंदा हैगा। सो दीज टू थिंग्स यू हैव टू नोट डाउन व्हेन यू आर वाचिंग अ मूवी to increase your assimilation, to use the knowledge for your own gain. Second thing is, well, basically read the books. Books are the best source of any of the language as it written in the previous books. So ਇਹਦੇ ਨਾਲ ਆਪਾਂ ਨੂੰ knowledge ਬਹੁਤ ਜ਼ਿਆਦਾ increase ਹੁੰਦੇ ਹਨ। as you know, ਅਗਰ ਤੁਸੀਂ books ਪੜ੍ਹੋਗੇ ਤਾਂ ਤੁਹਾਡੀ ਇੱਕ ਤਾਂ ਇਹਦੇ ਨਾਲ reading speed and reading ਜਿਹੜੀ comprehension ਹੈਗੀ ਹੈ that improves, that just stirs up. And next thing, you learn about the formal words because most of the books use those words which are universal, which are not specific to a native region. So ਇਹਦੇ ਨਾਲ ਆਪਾਂ ਨੂੰ formal words ਬਾਰੇ ਪਤਾ ਲੱਗਦਾ ਹੈਗਾ। And in the category of the books, well, as you know, there are a lot of books. Most of the student when they are just thinking about the English book, they just think about the academic books. ਜਾਂ ਤਾਂ academic books ਬਾਰੇ ਸੋਚਦੇ ਨੇ ਜਿਹੜੀ ਆਪਣੀ ਸਟੱਡੀ ਰਿਲੇਟਡ ਹੁੰਦੀਆਂ ਨੇ, ਜਾਂ ਫਿਰ ਉਹ ਸਟੋਰੀ ਬੁੱਕਸ ਬਾਰੇ ਸੋਚਦੇ ਹੈਗੇ ਨੇ ਜਿਹੜੀ ਆਪਾਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀਗੇ। So try to avoid those things, and if you have to concentrate on a specific genre, try to concentrate on the fictional or the fiction books. Fiction, what is the meaning of fiction? Fiction ਨੂੰ ਆਪਾਂ ਉਹ ਚੀਜ਼ ਕਹਿੰਦੇ ਹੈਗੇ ਆ that is not real. जो चीज़ हकीकत च नहीं होंगी उन्होंने आप फिक्शन कहते हैं। लेट्स से एनी ऑफ द स्टोरी विच कंसिस्ट ऑफ द ड्रैगन्स और एनी ऑफ द फेरी टेल्स और a movie. Most of the movies are a fiction, are just a thought of someone else. author ਵੱਲੋਂ ਲਿਖੀ ਇੱਕ ਆਪਣੀ ਹੀ ਕਹਾਣੀ ਹੁੰਦੀ ਹੈਗੀ ਹੈ। So why am I suggesting the fictional books? Now fiction ਦੇ ਨਾਲ ਤੁਹਾਨੂੰ ਦੋ ਫਾਇਦੇ ਹੋਣਗੇ। First thing first, you will think from the perspective of the person and you will think about the broad category. ਤੁਹਾਨੂੰ ਇੱਕ ਤਾਂ person ਦੀ perspective ਤੋਂ ਸੋਚੋਗੇ ਜਿਹੜਾ ਕਿ person exist ਨਹੀਂ ਕਰਦਾ, ਤੁਸੀਂ ਐਵੇਂ ਸੋਚੋ ਕਿ ਉਹ person ਤੁਸੀਂ ਹੈਗੇ ਹੋ। So ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹ ਅਗਲੀ ਲਾਈਨ 'ਚ ਕੀ ਰਿਸਪੌਂਡ ਕਰੂਗਾ। Means you will start to think from the perspective of that person, you will become that person. Well, till the book last, ਜਦ ਤੱਕ book ਨੇ ਆਪਣੇ ਖਤਮ ਹੋ ਜਾਂਦੇ ਤੁਸੀਂ ਉਹੀ person ਬਣ ਜਾਓਗੇ ਤੇ ਇਹਦੇ ਨਾਲ ਕੀ ਹੋਏਗਾ, ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹ person ਕਿਹੜੀ ਕੰਡੀਸ਼ਨ ਦੇ ਵਿੱਚ ਕਿਵੇਂ ਦਾ ਰਿਸਪੌਂਡ ਦਊਗਾ। And you'll also learn about the new words. You'll learn about the specific category of the words or the context or the subcontext which you'll use even in your speaking test. Second thing, from the fictional books, they are quite interesting. ਇਹਨਾਂ ਤੁਹਾਡਾ ਇੰਟਰਸਟ ਹੀ ਬਣਿਆ ਰਹਿੰਦਾ ਹੈਗਾ because if you'll think about the academic books or any of the boring novels, those are most of the students just read about the introduction or read about the author's page and they just skip at that point. ਜ਼ਿਆਦਾਤਰ ਬੱਚੇ ਵੱਧ ਤੋਂ ਵੱਧ ਇੱਕ ਜਾਂ ਦੋ पेज पढ़ते हैं तो नाल उन्हें स्किप कर देते हैं। सो फिक्शन मूवीज अगर तुम पढ़ोगे, फिक्शन बुक्स अपनी जो पढ़ोगे उन्हें एक इंटरेस्ट भी बनया। सो दैट्स अबाउट द assimilate. Let's talk about the imagine now. ਹੁਣ imagine ਤੁਸੀਂ ਕੀ ਕਰਨਾ ਹੈਗਾ, the knowledge which you actually gain from the assimilate from the first point, ਸਾਰੀ knowledge ਤੁਸੀਂ ਹੁਣ ਆਪਣੇ ਖੁਦ ਦੀ ਲਾਈਫ ਦੇ ਵਿੱਚ ਯੂਜ਼ ਕਰਨਾ ਹੈ। meaning you have to imagine those scenarios or the specific conditions in which you'll use that language or those part of the language. Let's say ਹੁਣ ਆਪਾਂ ਰੋਜ਼ ਦਾ ਕਮਿਊਨੀਕੇਟ ਕਰਦੇ ਆਪਣੇ ਘਰਦਿਆਂ ਨਾਲ in the native language, that is the ਪੰਜਾਬੀ or the ਹਿੰਦੀ। so ਜਦੋਂ ਤੁਸੀਂ ਹੁਣ ਪੰਜਾਬੀ ਤੇ ਹਿੰਦੀ 'ਚ ਗੱਲ ਕਰਨੀ ਹੈਗੀ ਨਾ, ਉਸ ਤੋਂ ਬਾਅਦ ਆਪਣੇ ਮਨ 'ਚ ਸੋਚੋ ਕਿ ਇਹੀ ਗੱਲ ਮੈਂ ਇੰਗਲਿਸ਼ 'ਚ ਕਿਵੇਂ ਕਰਨੀ ਸੀਗੀ, ਜਾਂ ਫਿਰ ਇਹਦੀ ਜਗ੍ਹਾ ਤੇ ਕੋਈ ਹੋਰ ਕਰੈਕਟਰ ਹੁੰਦਾ। ਯੂ ਕੈਨ ਜਸਟ ਇਮੇਜਿਨ ਐਨੀ ਕਰੈਕਟਰ ਫਰੋਮ ਦ ਮੂਵੀਜ਼ ਔਰ ਦ ਸੀਰੀਅਲ ਔਰ ਫਰੋਮ ਐਨੀ ਆਫ ਦ ਬੁੱਕ। ਉਸ ਕਰੈਕਟਰ ਦੇ ਪਰਸਪੈਕਟਿਵ ਸੋਚੋ ਕਿ ਯਾਰ ਇਹ ਪਰਸਪੈਕਟਿਵ 'ਚ ਉਹ ਕਰੈਕਟਰ ਕਿਵੇਂ ਦੀ ਗੱਲ ਕਰਦਾ ਹੈ, ਕਿਵੇਂ ਦਾ ਆਪਣਾ ਆਨਸਰ। ਹੁਣ ਤੁਸੀਂ ਅਗਰ ਇਹ ਹਫਤੇ ਤੱਕ ਵੀ ਕਰੋਗੇ ਨਾ, ਯੂ ਵਿਲ ਜਸਟ ਕੀਪ ਔਨ ਲਰਨਿੰਗ ਅਬਾਊਟ ਦ ਡਿਫਰੈਂਟ ਥਿੰਗਸ, ਅਬਾਊਟ ਦ ਡਿਫਰੈਂਟ words and the grammar sentences, and you'll keep on imagining those sentences in the
difference in area which are related with your real life, ਇਹਨਾਂ ਤੁਹਾਨੂੰ ਦੋ ਫਾਇਦੇ ਹੋਣਗੇ। ਤੁਸੀਂ ਹਫਤੇ ਬਾਅਦ ਹੀ ਤੁਹਾਡੀ ਤੇ ਇੰਪਰੂਵਮੈਂਟ ਬਹੁਤ ਜ਼ਿਆਦਾ ਹੋਏਗੀ, and also that leads to the improvement in the listening and the reading. So that leads to the improvement in the 3 of the modules of the arts. So well, that's it for today's class. I hope that you like this video. If you find any of the mistake or if you have any of the doubt, do mention in the comments below.